कराए। कृपा करो दीन के दाते, मेरा गुण अवगुण ना विचारो कोई। माटी का क्या धोपै स्वामी, मानस की गत एही। ਸਰਵਰੇ ਕਾਇਨਾਤ ਦੇ ਮਾਲਕ ਪ੍ਰਤੱਖ ਸਤਿਗੁਰੂ, ਹਾਜ਼ਰਾ ਹਜ਼ੂਰ ਸਤਿਗੁਰੂ, ਧੰਨ ਗਰੀਬ ਨਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਬਾਲਾ ਪ੍ਰੀਤਮ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਮੁਕੱਦਸ ਪਾਕ ਦਰਬਾਰ ਦੀ ਸਿੱਖ ਕੌਮ ਦੇ ਮਹਾਨ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਸੁਭਾਏਮਾਨ ਗੁਰੂ ਸਰੂਪ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ, ਆਓ ਗੁਰੂ ਚਰਨਾਂ ਵਿੱਚ ਫਤਿਹ ਦੀ ਸਾਂਝ ਪਾਈਏ। ਗੱਜ ਵੱਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਮਹਾਨ ਕਿਰਪਾ ਸਦਕਾ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹੋ। ਆਸਾ ਜੀ ਕੀ ਵਾਰ ਦਾ ਸ਼ਬਦ ਕੀਰਤਨ ਆਪ ਜੀ ਨੇ ਬੜੇ ਪਿਆਰ ਨਾਲ ਸਤਿਗੁਰਾਂ ਦੇ ਦਰੋਂ ਘਰੋਂ ਵਰੁਸ ਆਏ ਹੋਏ ਰਾਗੀ ਜਥੇ ਪਾਸੋਂ ਸਰਵਣ ਕੀਤਾ ਹੈ। ਉਪਰੰਤ ਸਤਿਕਾਰਯੋਗ ਸਿੰਘ ਸਾਹਿਬ ਜੀ, ਗਿਆਨੀ ਰਣਜੀਤ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਜੀ ਪਾਸੋਂ ਚੱਲ ਰਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਦਾ ਸ਼ਬਦ ਸਰਵਣ ਕੀਤਾ ਹੈ। ਨਿਤਨੇਮ ਦੀਆਂ ਬਾਣੀਆਂ ਅੰਮ੍ਰਿਤ ਵੇਲੇ 5 ਬਾਣੀਆਂ ਦਾ ਨਿਤਨੇਮ, ਸੰਧਿਆ ਸਮੇਂ ਰਹਿਰਾਸ ਸਾਹਿਬ ਜੀ ਦਾ ਜਾਪ, ਸੋਦਰ ਰਹਿਰਾਸ ਸਾਹਿਬ ਜੀ ਦਾ ਜਾਪ, ਸੌਣ ਲੱਗਿਆਂ ਸੋਹਲਾ ਸਾਹਿਬ ਜੀ ਦਾ ਜਾਪ ਕਰਨ ਦਾ ਹਰ ਸਿੱਖ ਨੂੰ ਹੁਕਮ ਹੈ। ਸਿੰਘ ਸਾਹਿਬ ਜੀ ਜਿਵੇਂ ਦੱਸ ਰਹੇ ਸਨ ਕਿ ਅਸੀਂ ਆਪਣੀ ਮੱਤ ਦੇ ਅਨੁਸਾਰ ਗੁਰਬਾਣੀ ਦੇ ਵੱਖੋ ਵੱਖਰੇ ਨਾਮ ਰੱਖ ਲੈ। ਸੋਹਲਾ ਸਾਹਿਬ ਜੀ ਨੂੰ ਅਸੀਂ ਕੀਰਤਨ ਸੋਹਲਾ ਕਹਿੰਦੇ ਹਾਂ। ਪਿੰਡਾਂ ਦੇ ਵਿੱਚ ਵੀ ਕਿਹਾ ਜਾਂਦਾ ਹੈ। ਹਰ ਜਿਹੜਾ ਸਿੱਖ ਜਾਣਦਾ ਇਸ ਗੱਲ ਨੂੰ, ਤਾਂ ਸੋਹਲਾ ਸਾਹਿਬ ਹੀ ਕਹੇਗਾ ਕਿ ਮੈਂ ਸੋਹਲਾ ਸਾਹਿਬ ਜੀ ਦਾ ਪਾਠ ਕਰਨਾ ਹੈ, ਜਾਂ ਭਾਈ ਸੋਹਲਾ ਸਾਹਿਬ ਜੀ ਦਾ ਜਾਪ ਕਰੋ, ਸਮਾਂ ਹੋ ਗਿਆ ਹੈ। ਪਰ ਵਾਸਤਵ ਦੇ ਵਿੱਚ ਬਹੁਤਾਤ ਦੇ ਵਿੱਚ ਲੋਕ ਇਸ ਨੂੰ ਕੀਰਤਨ ਸੋਹਲਾ ਕਹਿੰਦੇ ਨੇ, ਜਦੋਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਿੱਚ ਗੁਰ ਇਤਿਹਾਸ ਵਿੱਚ ਕਿਤੇ ਨਹੀਂ ਲਿਖਿਆ ਇਸ ਬਾਣੀ ਦਾ ਨਾਮ ਕੀਰਤਨ ਸੋਹਲਾ ਹੈ। ਸੋਹਿਲੇ ਦੇ ਅਰਥ ਨੇ ਉਹ ਗੀਤ ਜੋ ਵਾਹਿਗੁਰੂ ਪਰਮਾਤਮਾ ਦੀ ਸਿਫਤ ਦੇ ਵਿੱਚ ਗਾਏ ਜਾਣ, ਖੁਸ਼ੀ ਦੇ ਗੀਤ। ਵਾਸਤਵ ਦੇ ਵਿੱਚ ਸੋਹਲਾ ਸਾਹਿਬ ਜੀ ਦੀ ਬਾਣੀ ਹਰ ਸਿੱਖ ਸੌਣ ਲੱਗਿਆਂ ਪੜ੍ਹਦਾ ਹੈ। ਪਰ ਇਹ ਬਾਣੀ ਖਾਸ ਕਰਕੇ ਜਦੋਂ ਕੋਈ ਮ੍ਰਿਤਕ ਪ੍ਰਾਣੀ ਸੰਸਾਰ ਤੋਂ ਚਲਾ ਜਾਂਦਾ ਹੈ, ਜਦੋਂ ਉਸ ਨੂੰ ਚਿਖਾ 'ਤੇ ਲਟਾਇਆ ਜਾਂਦਾ ਹੈ, ਉਹਦੇ ਅੰਤਮ ਸੰਸਕਾਰ ਸਮੇਂ ਵੀ ਇਹ ਬਾਣੀ ਪੜ੍ਹੀ ਜਾਂਦੀ ਹੈ। ਸੋਹਲਾ ਦੇ ਅਰਥ ਨੇ ਖੁਸ਼ੀ ਦੇ ਗੀਤ। ਪਰ ਇਸ ਸ਼ਬਦ ਦੇ ਵਿੱਚ ਸੋਹਲਾ ਸਾਹਿਬ ਜੀ ਦੇ ਆਰੰਭ ਦੇ ਵਿੱਚ ਜਿਹੜਾ ਸ਼ਬਦ ਹੈ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ, ਇਹਦੇ ਵਿੱਚ ਸਾਰਾ ਪ੍ਰਕਰਨ ਹੈ ਹੀ ਮੌਤ ਦਾ, ਮੌਤ ਦਾ ਹੀ ਪ੍ਰਕਰਨ ਹੈ। ਪਰ ਹੈ ਖੁਸ਼ੀ ਦਾ ਗੀਤ। ਗੁਰਬਾਣੀ ਵਿੱਚ
एक बाणी का नाम है मारू सोले। सोले के अर्थ ने गीत। वाहिगुरु परमात्मा दे नानक भवजल पार परे जो गावे प्रभ के गीत। सो एक जगह धन गुरु नानक साहब पातशाह जी ने पावन बाणी पढ़ते हैं। जो बाबर चढ़ के आया उस पावन बाणी दे विच भी महाराज जी ने जिक्र किया, खून के सोहले घावीए नानक रात का कुंगू पाए वे लालो। भाव के जो बाबर चढ़ के आया उदों खून दे सोहले गावे गए। भाव के इन्नी लथपथ हुई, इन्नी कतलो गारत हुई। तो महाराज सच्चे पातशाह जी उस बाणी दे अंदर उथे जिक्र किया है कि कुंगू दे अर्थ ने जदों लड़की का विआह हुंदा है ना, उहदी मांग दे विच संदूर पाया जाता है, केसर पाया जाता है, मत्थे ते टिक्का लाया जाता है केसर का। भाव कि वो सुहागण हो गई। धन गुरु नानक साहब जी ने उत्थे जिक्र किया है, काजियां बामणा की गल थकी अगद पड़े शैतान वे ला लो। मुसलमान इस्लाम मत दियां धीआं दा निकाह पढ़ाउंदे ने काजी। इस्लाम मत दे विच सनातन धर्म दे विच पुजारी जिहड़ा है वो वेदी दे दुआले फेरे करदा है, उस लाड़ी ते लाड़े दे फेरे कराउंदा है, वो लावां पढ़दा है, मंत्र पढ़दा है। तां सतगुरु गुरु नानक साहब जी कहंदे इत्थे काजियां बामणां दी गल एक पासे रह गई। ਜਿਹੜੀਆਂ ਲਾਵਾਂ ਤੇ ਨਿਕਾਹ ਉਹ ਸ਼ੈਤਾਨ ਪੜਾ ਰਿਹਾ ਹੈ, ਅਗਦ ਪੜੇ ਸ਼ੈਤਾਨ ਮਿਲਾ। ਤਾਂ ਇੱਥੇ ਜਿਹੜਾ ਸੋਲਾ ਸ਼ਬਦ ਆਇਆ, ਇਸ ਪਾਵਨ ਸ਼ਬਦ ਦੇ ਅੰਦਰ ਮਹਾਰਾਜ ਜੀ ਨੇ ਬਚਨ ਕੀਤਾ ਕਿ ਸੋਲਾ ਗਾਉਣਾ ਕਿਹਦਾ ਹੈ। ਮਤਾਂ ਕਿ ਮਨੁੱਖਾਂ ਦੇ ਅਸੀਂ ਸੋਲੇ ਗਾਉਂਦੇ ਰਹੀਏ, ਬੰਦਿਆਂ ਦੇ ਸੋਲੇ ਗਾਉਂਦੇ ਰਹੀਏ। ਤਾਂ ਮਹਾਰਾਜ ਜੀ ਕਹਿੰਦੇ ਨੇ ਰਹਾਉ ਦੀਆਂ ਪੰਕਤੀਆਂ ਵਿੱਚ ਸਤਿਗੁਰਾਂ ਨੇ ਸਪਸ਼ਟ ਕੀਤਾ ਸਾਰੇ ਸ਼ਬਦ ਦੇ ਅਰਥਾਂ ਨੂੰ कि तुम गाओ मेरे निरभाओ का सोहला। निरभाओ कौन है? केवल ते केवल अकाल पुरख वाहिगुरू। बाकी सारे जिहड़े तुसीं संसार दे तुसीं लोक वेखदे ना महाराज, सगल समगरी डरे व्यापी, सारे डरन वाले ने। कोई मौत तो डरदा है, किसी नूं दुश्मनां दा डर है, किसी को धन ज़्यादा आ गया, धन चले जाने का डर है कि किते चलिया ना जाए। तो किसी नूं किसी ना किसी का डर है, किसी नूं किसी ना किसी का भय है। पर धन गुरु नानक साहब पातशाह जी कहते प्यारिया, तू उस निरभाओ अकाल पुरख वाहिगुरू का सोला गा, तू भी निरभाओ हो जाएगा। निरभाओ जपै सगल भाव मिटाए। तुम गावो मेरे निरभाओ का सोहला। जेड़ा निरभाओ अकाल पुरख वाहिगुरू है, भय तो रहत है, ओहदा सोहला गा। तो पावन शब्द आरंभ कित्थों हुंदा है? आओ मनोबिरतियां एकाग्र करिए। हिरदे की एकाग्रता, रसना की पवित्रता वास्ते सारे प्यार नाल आखो सतनाम श्री वाहिगुरू। फिर कृपा करो आखो सतनाम। ये पावन शब्द सोहला राग गौड़ी दीप की महला पहला। गौड़ी राग है। श्री गुरु ग्रंथ साहब पातशाह विच गौड़ी दियां कई प्रजातियां ने, कई प्रकार की गौड़ी है। गौड़ी चेती है, गौड़ी गुवारे दी है, ता गौड़ी बैरागण है, गौड़ी शुद्ध है जिहदे नाल ना चेती ना बैरागण ना गुवारेरी लगा होवे, वो गौड़ी शुद्ध हुंदी है। तां इत्थे महाराज जी ने गौड़ी राग गौड़ी दीपकी गौड़ी दे विच महाराज जी धन गुरु नानक साहब पातशाह जी ने पावन मुखारबिंद तो शब्द उचारे है। वस्तु निर्देश मंगलाचरण एक ओंकार सतगुर प्रसाद। अकाल पुरख वाहिगुरु एक है, सदीव रहन वाला है, प्रकाशमान है। और कृपा दे सदका अकाल पुरख वाहिगुरु प्राप्त हुंदा है, गुरु की कृपा द्वारा प्राप्त हुंदा है। तो फिर बेनती करा, नितनेम दियां बाणियां ने सतगुरां ने बड़ी एहतियात वरती। अमृत वेले 5 बाणियां दा नितनेम, रात 8-10 घंटे मनुख सौ के उठिया है, शरीर रेस्ट लैके उठिया है। 40-45 मिनट का जाप 5 बाणियां दा।
सारा दिन काम किया, बिजनेस किया, शाम ਨੂੰ महाराज जी ने 20 मिनट का जाप सोदा रह राज साहब जी का झोली विच पाया। सिख वास्ते कितना कुछ औखा है, कोई ज़्यादा औखा तो नहीं। सौण लग्या महाराज जी को पता सी कि हुण इन्हें प्रशादा छकिया, प्रशादे का थोड़ा थोड़ा अमल है। सतगुਰਾਂ ने आख्या लै 5 शब्दों का संग्रह, 5 शब्दों का सुमेल, 16 साहिब सतगुਰਾਂ ने सिख की झोली विच पा दिता। 5 मिनटां का जाप लै, 16 साहिब करदियां करदियां तू गुरु की गोद विच ही सौ जा, गुरु की हजूरी विच ही तैनूं नींद आवे। प्यार नाल आखो सतनाम श्री वाहिगुरू। सौंदे वाह वाह उचरे, उठदे पी वाहो करे। 16 साहिब जी का बड़ा महात्म है। हर सिख सौण वेले 16 साहिब क्यों पढ़ता है? 16 साहिब तां पढ़ता है सिख कि जदों मौत आवे ना, वो मौत भी आनंदमयी होवे, मौत भी आनंद बन जावे, मौत भी डरावे ना। बहुते लोग मौत तो क्यों डरते हैं? हर मनुख मौत तो डरता है, पर वास्तव दे विच इस पावन शब्द के अंदर सतगुਰਾਂ ने दर्शाया कि ये भाई जिथे तू रह रहा ना, ये तेरा पेका घर है। मात लोक संसार तेरा पेका घर है। ते पेके घर हर लड़की सदा वास्ते नहीं रह सकती, उन्होंने एक ना एक दिन सहुरे जाना ही पैंदा है। सबनी सहुरे वंजना सब मुकलावन हार। असी सारियां अकाल पुरख वाहिगुरू दियां जीव रूपी इस्त्रियां हाँ, सारियां नूं सहुरे जाना पैना है। ते सहुरे जान लग्या तां मनुख सगों खुशी खुशी जीव रूपी इस्त्री जावे। जिवें संसारिक बच्ची अपने सहुरे घर जाती, उन्होंने पता है कि मैं पेके घर सदा नहीं रहना, ये मेरा पेका घर है। प्यारे 3 तरह की दुनिया है। एक दुनिया वो सी जिहड़ी मात दा गर्भ सी। एक दुनिया जदों असी त्याग के संसार ते आए, जिस दे बाबत श्री सुखमनी साहिब विच भी महाराज जी कहते रामैया के गुण चेत प्राणी, कमन मूल ते कमन दृष्टानी। जिंतु साज सवार सिंगारिया, गर्भ अग्न में जिने उबारिया। बार व्यवस्था तुझे प्यारे दूध, पर जोबन भोजन सुख सूद। बिरद पया ऊपर साक सैन, मुख अपयाओ बैठ को दैन। एक अंदाजा ला लो कि माता दे गर्भ विच एक रहन वास्ते साडे वास्ते एक झिल्ली सी छोटी जी। मैं कल भी सीसगंज साहब कुदरती शब्द आया सी, सुखमनी साहब जी का मैं जिक्र करके आया। माता दे गर्भ की जिहड़ी दुनिया सी वो एक छोटी जी झिल्ली सी। उस झिल्ली दे विच असीं रहिंदे सी। साडे गोडे साडी छाती दे नाल लगे हुए सन। आहार वास्ते माता दा रकत सी, ते ओ आहार लैण वास्ते एक नाभि दी नाली सी, जिस दे द्वारा साडे अंदर वो खुराक जांदी सी। माता दे उस नाभि दी नाली दे द्वारा, जिसनूं नाड़ूआ कह दिंदे ने। तब अकाल पुरख वाहिगुरू ने जदों तेनू माता दे गर्भ तो बाहर कढ़िया ते किड्डी सोहरी दुनिया, उत्थे तां केवल एक झिल्ली सी माता दी छोटी जी गर्भ दी। तां संसार दे विच आउंदिआं तां तैनू बहुत वड्डा घर मिल गया। परमात्मा ने किन्नी कृपा की। उत्थे तां केवल तेरे वास्ते एक मात दा रकत सी, खुराक बन के आहार बन के जिहड़ा तैनू पाल रहा सी। पर संसार विच तां तैनू आउंदे नूं 36 प्रकार दे भोजन परमात्मा ने दे दिते। परमात्मा ने कैसी कृपा साडे ते कीती। जब दांत न थे तब दूध दिया, जब दांत दिए तब रिज्क न दे हैं। रोजी ही राज बलोक तराज को रोक, रूहान की रोजी न डारे। कैसा अकाल पुरख वाहिगुरू दयालु है। वो साडा कैसा ख्याल रखता है, कैसी खुशियां वाला समा सानू बख्श दिता। खुले घर दे दिते, छकण वास्ते 36 प्रकार दे भोजन दे दिते। उत्थे तां केवल एक नाली तैनू खुराक पहुंचाउंदी सी। मात लोक दे विच तां अनेकां तरह दे तैनू छकाउण वास्ते बर्तन ने, सोने चांदी दे बर्तन ने। अच्छे अच्छे पकवान छकाउण वास्ते तैनू वधिया वधिया बर्तनां दे विच परोस के दिता जांदा है। छकाउण वास्ते 36 प्रकार दे भोजन ने ते अनेकां तरह दे तेरे छकण वास्ते आहार भी ने। वो दुनिया छड्ड के, माता दे गर्भ की दुनिया छड्ड के संसार विच आए ते कैसा वधिया माहौल मिलिया।
पर साहब जी बख्शिश कर दे, जदों यह दुनिया छड्ड के तू परलोक विच जाएगा तो ये समझ लई कि उत्थे तैनूं किड्डा वधिया रहण नूं मिलेगा, उत्थे तैनूं कैसियां बख्शिशां होणगियां। परमात्मा ने 3 तरह की दुनिया का साडा वास दस्सिया, मात गर्भ, संसार, मातलोक ते परलोक। मातलोक विच आउण वास्ते असीं सारे ही तैयार हाँ, पर परलोक विच जाण नूं कोई तैयार नहीं। प्यार नाल आखो सतनाम श्री वाहिगुरू। सोला साहब जी दे ऐसे प्यारे शब्द ने, ऐसे इहदे प्यार भरे बख्शिशां भरे विचार ने, जदों हिरदे विच वसा लईए हर सिख मौत तो नहीं डरेगा। उन्होंने समझ पै जाएगी, ओदी मौत भी आनंद बन जाएगी, ओदी मौत भी गीत बन जाएगी। जिन्होंने इस आशे नूं समझ लिया कि असीं इत्थे रहना नहीं, साडा ये पेका घर है, असीं सौहरे घर जाना है। महाराज सच्चे पातशाह जी की पावन बाणी के अंदर शब्द मिलते हैं, अनेकों शब्द मिलते हैं जिथे पेके घर का जिक्र ते सौहरे घर का खास करके जिक्र किया है। तो महाराज सच्चे पातशाह जी की पावन बाणी अंदर श्री राग अंदर भी धन गुरु अर्जन देव महाराज बख्शिश करते हैं, तिचर वसै सुहेलड़ी जिचर साथी नाल। साथी दे अर्थ ने जीव रूपी आत्मा परमात्मा दे कोल जान लग्या, पति दी ते पत्नी दी गल कीती है। जां साथी उठी चल सी तां तन खाकू राल। जदों साथी संसार तो इस जीव आत्मा विचों निकल के परमात्मा दे कोल चली गई, तो ये जड़ी धन जीव रूपी ये धन इस्त्री है, शरीर रूपी इस्त्री है, ये खाक हो जाती है, नेस तो नाबूद हो जाती है। मन बैराग भया दर्शन देखने का चाओ, धन सो तेरा थान। प्यार नाल आखो सतनाम श्री वाहिगुरू। जिचर वसिया कंत घर, किते गुरबाणी दे विच संवाद जिहड़ा आत्मा दे ते शरीर दा पति पत्नी करके है, उथे आत्मा जिहड़ी है वो पति है, शरीर जिहड़ी ये जिहड़ी काया ये पत्नी है। ऐसा संवाद गुरबाणी विच अनेका जगह तुहानूं मिलेगा। भाव के काया दा, इस्त्री दा, जीव आत्मा पति दा तुहानूं संवाद गुरबाणी विच जगह जगह मिलेगा जदों तुसीं ध्यान नाल बाणी पढ़ोगे। जिचर वसिया कंत घर, कंत दे अर्थ ने पति खसम। जियो जियो सब कहात, सारे कहंदे ने जी जी, आओ जी, बैठो जी, क्योंकि साडा कंत साडा पति साडे नाल है। जा उठी चलसी कंतड़ा ता कोई ना पुछे तेरी बात। प्यार नाल आखो सतनाम श्री वाहिगुरू। जदों इस जीव रूपी इस्त्री, काया रूपी इस्त्री दे विचों जीव आत्मा रूपी पति प्रवास कर जाता है ना, उठ के चला जाता है ना, फिर इहदी कोई बात नहीं पुछदा, इनू कोई जी नहीं कहंदा। फिर की हुंदा है, काढो काढो होई देहरी बैठी माता रोवे, खटिया लै गए भाई, लट छटकाए त्रिया रोवे, हंस खेला जाए। फिर महाराज सच्चे पातशाह जी कहंदे भूत रहन क्यों दिया, फिर इस शरीर नूं जिन्हों लोग जी जी कहंदे सन, लोग सत्कार दिंदे सन, लोग बहन वास्ते जगह दिंदे सन, लोग आदर दिंदे सन, हथ जोड़ के सिर झुकाउंदे सन, पर जदों इहदे विचों जां उठी चलसी कंतड़ा तां कोई ना पुछे तेरी बात। फिर कोई इहदी बात नहीं पुछदा। प्यार नाल आखो सतनाम श्री वाहिगुरू। क्योंकि इहदे विचों जिहड़ा इहदा खसम सी वो वख हो गया, जिहड़ा इहदी राखी वास्ते बैठा सी वख हो गया, वो चला गया। महाराज सच्चे पातशाह कहंदे पेव कड़े सहो सेव तू, सहो रड़े सुख वास। हुण करना की है? गुरु अर्जन देव महाराज जी कहंदे ने इस पेवकड़े घर विच शौहर नूं सेव अपने पति नूं याद करदी रहे। पति कौन है? वाहिगुरू परमात्मा। असी सारे वाहिगुरू परमात्मा दियां इस्त्रियां हाँ। इस जग में पुरख एक है और सगली नार सबाई। तो सच्चे पातशाह जी कहंदे पेवकड़े सहो सेव तू। सोह नूं किवें सेवना है? सुख सोहिलड़ा हर त्यावो।
ਸਹੁ ਨੂੰ ਕਿਵੇਂ ਯਾਦ ਕਰਨਾ? ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਐਉਂ ਯਾਦ ਕਰਨਾ। ਉਸ ਨਿਰਭਉ ਦੇ ਸੋਹਲੇ ਗਾਉਣੇ ਨੇ, ਉਸ ਨਿਰਭਉ ਅਕਾਲ ਪੁਰਖ ਵਾਹਿਗੁਰੂ ਦੇ ਗੀਤ ਗਾਉਣੇ ਨੇ, ਜਿਸ ਦੇ ਬਾਬਤ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਨਾਨਕ ਭਵਜਲ ਪਾਰ ਪਰੈ ਜੋ ਗਾਵੇ ਪ੍ਰਭ ਕੇ ਗੀਤ। ਇਹ ਉਹ ਗੀਤ ਨਹੀਂ ਜਿਹੜੇ ਆਮ ਗਾਇਕ ਗਾਉਂਦੇ ਨੇ, ਇਹ ਉਹ ਗੀਤ ਹੈ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਗੀਤ। ਪਰ ਦੂਸਰੇ ਪਾਸੇ ਪਾਤਸ਼ਾਹ ਕਹਿੰਦੇ ਲੋਕ ਜਾਣੈ ਇਹੋ ਗੀਤ ਹੈ। ਇਹ ਤਾਂ ਬ੍ਰਹਮ ਵਿਚਾਰ, ਇਹ ਤਾਂ ਬ੍ਰਹਮ ਦੀ ਵਿਚਾਰ ਹੈ। ਲੋਕਾਂ ਨੇ ਸਮਝ ਲਿਆ ਕਿ ਗੀਤ ਹੀ ਹੈ ਨਿਰਭਰਾ। ਵੈਸੇ ਜਿਹੜੇ ਰੱਬ ਦੇ ਪਿਆਰੇ ਭਗਤ ਸਨ, ਜਦੋਂ ਉਹਨਾਂ ਨੇ ਭਗਤੀ ਕੀਤੀ, ਪ੍ਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਉਹਨਾਂ ਦੇ ਅੰਦਰੋਂ ਨਿਕਲੇ। ਪ੍ਰਮਾਤਮਾ ਦੀ ਸਿਫਤ ਸਲਾਹ ਦੀ ਉਸਤਤ ਦੇ ਵਿੱਚ ਉਹਨਾਂ ਦੀ ਰਸਨਾ ਤੋਂ ਜਿਹੜੀ ਬਾਣੀ ਨਿਕਲੀ, ਉਹ ਅਕਾਲ ਪੁਰਖ ਵਾਹਿਗੁਰੂ ਦੇ ਸਿਫਤ ਸਲਾਹ ਦੇ ਗੀਤ ਸਨ, ਸੋਹਲੇ ਸਨ। ਉਹਨਾਂ ਨੂੰ ਗੀਤ, ਚਾਹੇ ਸੰਗੀਤ ਨਿਕਲਿਆ, ਸੰਗੀਤ ਦੇ ਦੁਆਰਾ ਉਹਨਾਂ ਨੇ ਗੀਤ ਗਾਏ। ਉਹ ਕਿਸੇ ਯੂਨੀਵਰਸਿਟੀ ਦੇ ਵਿੱਚ ਨਹੀਂ ਸਿੱਖਣ ਵਾਸਤੇ ਗਏ, ਉਹ ਕਿਸੇ ਉਸਤਾਦ ਕੋਲੋਂ ਸੰਗੀਤ ਸਿੱਖਣ ਵਾਸਤੇ ਨਹੀਂ ਗਏ, ਉਹ ਕਿਸੇ ਵਿਦਿਆਲੇ ਦੇ ਵਿੱਚੋਂ ਵਿਦਿਆ ਪੜ੍ਹਨ ਵਾਸਤੇ ਨਹੀਂ ਗਏ। ਭਗਤ ਰਵਿਦਾਸ ਜੀ ਮਹਾਰਾਜ ਤਾਂ ਬਾਜ਼ਾਰ ਦੇ ਵਿੱਚ ਜੁੱਤੀਆਂ ਗੰਢਦੇ ਪਏ ਨੇ, ਪਰ ਅੰਦਰੋਂ ਗੀਤ ਨਿਕਲ ਰਹੇ ਨੇ ਪ੍ਰਮਾਤਮਾ ਦੇ। ਹਮ ਸਰ ਦੀਨ ਦਿਆਲ ਨ ਤੁਮ ਸਰ ਅਬ ਪਤਿਆਰ ਕਿਆ ਕੀਜੈ। ਭਗਤ ਰਵਿਦਾਸ ਜੀ ਮਹਾਰਾਜ ਤਾਂ ਜੁੱਤੀਆਂ ਗੰਢਦੇ ਨੇ, ਕਿਹੜੀ ਯੂਨੀਵਰਸਿਟੀ ਵਿੱਚ ਗਏ, ਪਰ ਜਦੋਂ ਭਗਤੀ ਕੀਤੀ, ਪ੍ਰਮਾਤਮਾ ਦੀ ਇਬਾਦਤ ਕੀਤੀ, ਉਹਨਾਂ ਦੇ ਅੰਦਰੋਂ ਸਿਫਤ ਸਲਾਹ ਦੇ ਗੀਤ ਨਿਕਲੇ। ਉਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰਾਂ ਨੇ ਦਰਜ ਕਰ ਦਿੱਤੇ। ਉਹਨਾਂ ਦੇ ਅੰਦਰੋਂ ਗੀਤ ਨਿਕਲੇ। ਭਗਤ ਕਬੀਰ ਸਾਹਿਬ ਮਹਾਰਾਜ ਤਾਂ ਕੱਪੜੇ ਬੁਣਨ ਦਾ ਕੰਮ ਕਰਦੇ ਸਨ, ਖੱਡੀਆਂ ਬੁਣਨ ਦਾ ਕੰਮ ਕਰਦੇ ਸਨ। ਕਿਹੜੀ ਯੂਨੀਵਰਸਿਟੀ ਵਿੱਚ ਗਏ? ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਿੱਚ ਸਭ ਤੋਂ ਜ਼ਿਆਦਾ ਬਾਣੀ ਭਗਤਾਂ ਦੇ ਵਿੱਚੋਂ ਭਗਤ ਕਬੀਰ ਸਾਹਿਬ ਮਹਾਰਾਜ ਦੀ ਹੈ। ਪਿਆਰ ਨਾਲ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਔਰ ਮਹਿੰਗੀ ਮਹਿੰਗੀ ਬਾਣੀ ਹੈ, ਔਖੀ ਔਖੀ ਬਾਣੀ ਹੈ, ਪੜ੍ਹਨੀ ਵੀ ਕਠਨ ਹੈ। ਸੰਥਿਆ ਲੈ ਤੋਂ ਬਿਨਾਂ ਭਗਤ ਕਬੀਰ ਸਾਹਿਬ ਮਹਾਰਾਜ ਦੀ ਐਸੀ ਬਾਣੀ ਹੈ, ਪੜ੍ਹੀ ਨਹੀਂ ਜਾਏਗੀ ਤੁਹਾਡੇ ਕੋਲੋਂ। ਭਗਤ ਨਾਮਦੇਵ ਜੀ ਮਹਾਰਾਜ ਤਾਂ ਕੱਪੜੇ ਰੰਗਦੇ ਨੇ, ਪਰ ਰੰਗਦਿਆਂ ਰੰਗਦਿਆਂ, ਭਗਤੀ ਕਰਦਿਆਂ ਕਰਦਿਆਂ ਪ੍ਰਮਾਤਮਾ ਦੇ ਸਿਫਤ ਸਲਾਹ ਦੇ ਗੀਤ ਨਿਕਲੇ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜਦੋਂ ਜਗਤ ਜਲੰਦੇ ਨੂੰ ਠਾਰਨ ਵਾਸਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਮੁਤਾਬਕ ਦੀਨ ਦੁਨੀਆ ਦੇ ਮਾਲਕ ਜਦੋਂ ਸੁਲਤਾਨਪੁਰ ਲੋਧੀ ਤੋਂ ਚੱਲੇ ਨੇ, ਬਾਬਾ ਦੇਖੇ ਧਿਆਨ ਧਰ ਜਲਦੀ ਸਭ ਪ੍ਰਿਥਵੀ ਦਿਸ ਆਈ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇੱਕ ਵਾਰੀ ਸਾਰੇ ਹੱਥ ਜੋੜ ਕੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ ਵਿੱਚ ਨਤਮਸਤਕ ਹੋਵੋ ਤੇ ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਦੋਂ ਕੀ ਸੀ ਨਾਲ? ਭਾਈ ਮਰਦਾਨੇ ਨੂੰ ਲੈ ਭਾਈ ਮਰਦਾਨਿਆ ਰਬਾਬ ਤੂੰ ਵਜਾ, ਕੀਰਤੀ ਕਰਨੀ ਅਕਾਲ ਪੁਰਖ ਵਾਹਿਗੁਰੂ ਦੀ। ਲੈ ਇਸ ਰਬਾਬ ਦੇ ਨਾਲ ਤਾਂ ਲੋਕਾਂ ਦੇ ਸੋਹਲੇ ਗਾਉਂਦਾ ਫਿਰਦਾ ਸੀ। ਕੋਈ ਆਟਾ ਦੇ ਦਿੰਦਾ ਸੀ, ਕੋਈ ਦਾਲ ਦੇ ਦਿੰਦਾ ਸੀ, ਤੈਨੂੰ ਕੋਈ ਬਸਤਰ ਦੇ ਦਿੰਦਾ ਸੀ, ਕੋਈ ਪਦਾਰਥ ਦੇ ਦਿੰਦਾ ਸੀ। ਸਾਹਿਬਾਂ ਨੇ ਗੁਰਬਾਣੀ ਅੰਦਰ ਜ਼ਿਕਰ ਕੀਤਾ ਕਿ ਤੇ ਲੋਕਾਂ ਦੀ ਸਿਫਤੀ ਨਾ ਕਰਦੇ ਮਰ ਜਾਇਓ। ਬਹੁਤਾਤ ਦੇ ਵਿੱਚ ਸਾਡੀ ਆਦਤ ਕੀ ਬਣੀ ਹੈ ਕਿ ਜਦੋਂ ਕੋਈ ਵੱਡਾ ਲੀਡਰ ਆ ਜਾਵੇ ਅਸੀਂ ਉਹਦੇ ਸਿਫਤਾਂ ਦੇ ਪੁਲ ਬੰਨ੍ਹ ਦਿੰਦੇ ਹਾਂ। ਪਰ ਮਹਾਰਾਜ ਕਹਿੰਦੇ ਲੋਕਾਂ ਨਾ ਸਲਾਹੇ ਜੋ ਮਰ ਵੰਝ ਸੀ। ਐਵੇਂ ਲੋਕਾਂ ਨੂੰ ਨਾ ਸਲਾਉਂਦਾ ਫਿਰ, ਲੋਕਾਂ ਦੇ ਸੋਹਲੇ ਨਾ ਗਾਉਂਦਾ ਫਿਰ, ਇਹ ਸੰਸਾਰ ਤੋਂ ਚਲੇ ਜਾਣੇ ਨੇ, ਇਹ ਸਾਰੇ ਮਰ ਜਾਣੇ ਨੇ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸੋਹਲੇ ਗਾਉਣੇ ਨੇ ਤਾਂ ਕਰਤੇ ਦੇਗਾ ਅਕਾਲ ਪੁਰਖ ਵਾਹਿਗੁਰੂ ਦੇਗਾ। ਤੇ ਗਾਉਣੇ ਕਿਵੇਂ ਨੇ, ਕਿੱਥੇ ਗਾਉਣੇ ਨੇ? ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਇਸ ਸ਼ਬਦ ਦੇ ਵਿੱਚ ਸਾਰਾ ਹੀ ਨਿਰਣਾ ਕੀਤਾ ਹੈ। ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ। ਘਰ ਦੇ ਅਰਥ ਵੈਸੇ ਹਿਰਦਾ ਵੀ ਹੈ, ਘਰ ਦੇ ਅਰਥ ਗੁਰੂ ਘਰ ਵੀ ਹੈ। ਵਾਸਤਵ ਦੇ ਵਿੱਚ ਜਦੋਂ ਮਨੁੱਖ ਨੇ ਪ੍ਰਮਾਤਮਾ ਦੀ ਸਿਫਤ ਸਲਾਹ ਕਰਨ ਨੂੰ ਦਿਲ ਕੀਤਾ ਨਾ, ਫਿਰ ਅਸੀਂ ਗੁਰਦੁਆਰੇ ਸਾਹਿਬ ਬਣਾਏ। ਕਿਉਂਕਿ ਘਰ ਦੇ ਵਿੱਚ
ਬੈਠਿਆਂ ਸਾਨੂੰ ਚਿੰਤਾ ਸਤਾਏਗੀ, ਘਰ ਦੇ ਵਿੱਚ ਬੈਠਿਆਂ ਉਹਦੀ ਸਿਫਤ ਸਲਾਹ ਕਰਦਿਆਂ ਹੋ ਸਕਦਾ ਹੈ ਕਿ ਸਾਡਾ ਮਨ ਨਾ ਟਿਕੇ। ਦੁਨੀਆ ਨੇ ਫਿਰ ਮੰਦਰ ਇਜਾਦ ਕੀਤੇ, ਗਿਰਜੇ ਘਰ ਇਜਾਦ ਕੀਤੇ, ਧਾਰਮਿਕ ਸਥਾਨ ਮਸਜਿਦਾਂ ਇਜਾਦ ਕੀਤੀਆਂ, ਇਜਾਦ ਹੋਇਆ ਇਹਨਾਂ ਦਾ। ਪਰ ਜਿੱਥੇ ਕਰਤੇ ਦੀ ਸਿਫਤ ਕਰਨੀ ਹੈ, ਪਰ ਇੰਨੀ ਸ਼ਰਧਾ ਦੇ ਨਾਲ ਗੁਰੂ ਘਰ ਤਿਆਰ ਕੀਤੇ, ਇੰਨੀ ਭਾਵਨਾ ਦੇ ਨਾਲ ਗੁਰੂ ਘਰ ਤਿਆਰ ਕੀਤੇ, ਜਿੱਥੇ ਬੈਠ ਕੇ ਕਰਤੇ ਦੀ ਸਿਫਤ ਕਰਨੀ। ਇਹ ਤੁਸੀਂ ਅੰਦਾਜ਼ਾ ਲਾ ਲਿਓ। ਹੁਣ ਤੁਸੀਂ ਉੱਠ ਕੇ ਜਾਣਾ ਆਪਣੇ ਘਰਾਂ ਨੂੰ, ਆਪਣੇ ਬਿਜ਼ਨਸਾਂ ਨੂੰ। ਜੋੜੇ ਘਰ ਜਾਂਦੇ ਹੀ ਤੁਹਾਨੂੰ ਕਈ ਕਾਰਜ ਚੇਤੇ ਆ ਜਾਣੇ ਨੇ, ਕਈਆਂ ਦੀ ਚਿੰਤਾ ਪੈਦਾ ਹੋ ਜਾਣੀ ਹੈ। ਘਰ ਨੂੰ ਜਾਂਦਿਆਂ ਕਈ ਮਨ ਦੇ ਵਿੱਚ ਐਸੇ ਖਿਆਲ ਆਉਣੇ ਨੇ, ਮੇਰਾ ਆ ਵੀ ਕੰਮ ਕਰਨ ਵਾਲਾ ਹੈ, ਮੇਰਾ ਆ ਵੀ ਕੰਮ ਕਰਨ ਵਾਲਾ ਹੈ। ਪਰ ਜਦੋਂ ਤੁਸੀਂ ਘਰ ਤੋਂ ਗੁਰਦੁਆਰਾ ਸਾਹਿਬ ਨੂੰ ਤੁਰੋਗੇ, ਧਾਰਮਿਕ ਸਥਾਨ ਨੂੰ ਤੁਰੋਗੇ, ਤੁਹਾਡੇ ਅੰਦਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਚਿੰਤਨ ਸ਼ੁਰੂ ਹੋਏਗਾ। ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਿਉਂ ਇਹਨਾਂ ਘਰਾਂ ਵਿੱਚ ਬੈਠ ਕੇ ਸਿਫਤ ਕਰਨੀ ਹੈ, ਸਤ ਸੰਗਤ ਦੇ ਵਿੱਚ ਬੈਠ ਕਰਕੇ ਸਿਫਤ ਸਲਾਹ ਕਰਨੀ। ਇੰਨੀ ਸ਼ਰਧਾ ਦੇ ਨਾਲ ਗੁਰੂ ਘਰ ਬਣਾਏ ਨੇ ਅਸੀਂ, ਇੰਨੀ ਭਾਵਨਾ ਦੇ ਨਾਲ। ਮਨੁੱਖ ਸੋਚਦਾ ਮੇਰਾ ਘਰ ਭਾਵੇਂ ਕੱਚਾ ਹੋਵੇ, ਪਰ ਜਿੱਥੇ ਬੈਠ ਕੇ ਮੈਂ ਕਰਤੇ ਨੂੰ ਚੇਤੇ ਕਰਦਾ ਹੈ ਨਾ, ਜਿੱਥੇ ਬੈਠ ਕੇ ਮੈਨੂੰ ਵਾਹਿਗੁਰੂ ਪ੍ਰਮਾਤਮਾ ਚੇਤੇ ਆਉਂਦਾ ਹੈ ਨਾ, ਉਹ ਘਰ ਉੱਚਾ ਤੇ ਚੜ੍ਹਦੀ ਕਲਾ ਵਾਲਾ ਜ਼ਰੂਰ ਹੋਣਾ ਚਾਹੀਦਾ ਹੈ। ਮਨੁੱਖ ਦਾ ਭਾਵੇਂ ਆਪਣਾ ਘਰ ਛੋਟਾ ਹੋਵੇ, ਪਰ ਉਹਦੀ ਭਾਵਨਾ, ਉਹਦੀ ਸ਼ਰਧਾ ਹੈ ਕਿ ਜਿਸ ਘਰ ਵਿੱਚ ਬੈਠ ਕਰਕੇ ਮੈਂ ਕਰਤੇ ਦੀ ਸਿਫਤ ਕਰਨੀ ਹੈ। ਮਨੁੱਖ ਦੇ ਆਪਣੇ ਘਰ ਵਿੱਚ ਬੈਠਣ ਵਾਸਤੇ ਭਾਵੇਂ ਕੋਈ ਦਰੀ ਚੱਜ ਦੀ ਨਾ ਹੋਵੇ, ਪਰ ਉਹਦੇ ਅੰਦਰ ਸ਼ਰਧਾ ਹੈ ਕਿ ਜਿਸ ਜਗ੍ਹਾ ਤੇ ਬੈਠ ਕੇ ਮੈਂ ਅਕਾਲ ਪੁਰਖ ਵਾਹਿਗੁਰੂ ਦਾ ਚਿੰਤਨ ਕਰਨਾ ਹੈ, ਜਿੱਥੇ ਮੈਨੂੰ ਅਕਾਲ ਪੁਰਖ ਵਾਹਿਗੁਰੂ ਦੇ ਦਰ ਘਰ ਦੀ ਸੋਝੀ ਮਿਲਣੀ ਹੈ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਉਹ ਘਰ ਦੇ ਵਿੱਚ ਮਾੜੀ ਚਾਦਰ ਨਹੀਂ ਵਿਛੀ ਹੋਣੀ ਚਾਹੀਦੀ। ਭਾਵੇਂ 100 ਰੁਪਈਆ, ਭਾਵੇਂ 500 ਰੁਪਈਆ ਦਿਹਾੜੀ ਕਮਾਉਂਦਾ ਹੋਵੇ ਨਾ, ਉਹਦੀ ਭਾਵਨਾ ਹੁੰਦੀ ਹੈ ਕਿ ਗੁਰੂ ਘਰ ਵਿੱਚ ਬਣ ਰਹੀ, ਗੁਰੂ ਘਰ ਵਿੱਚ ਚੱਲ ਰਹੀ ਸੇਵਾ ਵਿੱਚ ਮੈਂ ਆਪਣਾ ਯੋਗਦਾਨ ਜ਼ਰੂਰ ਪਾਵਾਂ, ਕਿਉਂਕਿ ਇਹ ਸੇਵਾ ਜਿਹੜੀ ਹੈ ਮੁਕੰਮਲ ਹੋ ਜਾਵੇ। ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤਾਂ ਕਰਕੇ ਸਾਡੀ ਸ਼ਰਧਾ ਦੇ ਨਾਲ, ਸਾਡੀ ਭਾਵਨਾ ਦੇ ਨਾਲ, ਇਹ ਸ਼ਰਧਾ ਦੇ ਵਿੱਚੋਂ ਗੁਰਦੁਆਰੇ ਸਾਹਿਬ ਬਣੇ ਨੇ। ਨਿਸ਼ਰਧਕ ਬੰਦੇ ਕਦੀ ਗੁਰੂ ਘਰ ਵਿੱਚ ਮਾਇਆ ਨਹੀਂ ਦੇ ਸਕਦੇ। ਨਿਸ਼ਰਧਕ ਬੰਦੇ ਕਦੀ ਗੁਰੂ ਘਰ ਵਿੱਚ ਲੱਗਾ ਹੋਇਆ ਸੋਨਾ ਵੇਖ ਕੇ ਕਦੀ ਖੁਸ਼ ਨਹੀਂ ਜੇ ਹੁੰਦੇ। ਉਹ ਸੋਚਣਗੇ, ਉਹ ਕਹਿਣਗੇ ਇਹ ਸੋਨਾ ਇੱਥੇ ਲਾਇਆ ਕਿਸੇ ਗਰੀਬ ਦੇ ਘਰ ਵਿੱਚ ਦਿੱਤਾ ਹੁੰਦਾ। ਤੇ ਗਰੀਬਾਂ ਦੀ, ਉਹਨਾਂ ਦਸਾਂ ਨੋਵਾਂ ਦੀ ਕਿਰਤ ਕਰਨ ਵਾਲਿਆਂ ਦੀ ਦਸਾਂ ਨੋਵਾਂ ਦੀ ਕਿਰਤ ਦੇ ਨਾਲ ਤਾਂ ਰੁਪਈਏ ਦੇ ਨਾਲ, ਥੇਲੀ ਦੇ ਨਾਲ, 10-10, 5-5 ਰੁਪਈਆਂ ਦੇ ਨਾਲ ਤਾਂ ਇਹ ਗੁਰੂ ਘਰ ਬਣੇ ਨੇ। ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤਾਂ ਐਸੀ ਭਾਵਨਾ ਸ਼ਰਧਾ ਦੇ ਵਿੱਚੋਂ ਉਪਜੇ ਸਾਡੇ ਗੁਰੂ ਘਰ, ਭਾਵਨਾ ਦੇ ਵਿੱਚੋਂ ਪ੍ਰਗਟ ਹੋਏ ਸਾਡੇ ਗੁਰੂ ਘਰ ਚੜ੍ਹਦੀ ਕਲਾ ਵਾਲੇ ਸੰਗੇ ਮਰਮਰ ਦੇ। ਤਾਂ ਮਹਾਰਾਜ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿੰਦੇ, ਪਿਆਰਿਆ ਜੈ ਘਰ ਕੀਰਤ ਆਖੀਐ। ਜਿਸ ਘਰ ਵਿੱਚ ਬੈਠ ਕਰਕੇ ਕਰਤੇ ਦੀ ਕੀਰਤੀ ਕਰਨੀ ਹੈ। ਸਿਵਰਿਹੋ ਦੇ ਅਰਥ ਨੇ ਸਿਮਰੋ। ਜਿਸ ਘਰ ਵਿੱਚ ਬੈਠ ਕਰਕੇ ਵਾਹਿਗੁਰੂ ਪ੍ਰਮਾਤਮਾ ਦੇ ਕਰਤੇ ਦੀ ਕੀਰਤੀ ਕਰਨੀ ਹੈ ਨਾ, ਅਕਾਲ ਪੁਰਖ ਵਾਹਿਗੁਰੂ ਨੂੰ ਸਿਵਰਿਹੋ ਸਿਰਜਣਹਾਰੋ। ਸਿਰਜਣਹਾਰ ਕੌਣ ਹੈ? ਸੰਸਾਰ ਦਾ ਸਿਰਜਣਹਾਰ ਕੌਣ ਹੈ? ਵਾਹਿਗੁਰੂ ਪ੍ਰਮਾਤਮਾ, ਅਕਾਲ ਪੁਰਖ ਵਾਹਿਗੁਰੂ। ਜੈ ਘਰ ਕੀਰਤ ਆਖੀਏ, ਕਰਤੇ ਕਾ ਹੋਏ ਵਿਚਾਰੋ। ਕਰਤੇ ਅਕਾਲ ਪੁਰਖ ਵਾਹਿਗੁਰੂ ਦੀ ਵਿਚਾਰ ਕਰਨੀ ਹੈ। ਕੀ ਵਿਚਾਰ ਕਰਨੀ ਹੈ? ਮੇਰੇ ਕਰਤੇ ਦੇ ਵਿੱਚ ਆਹ ਗੁਣ ਨੇ, ਮੇਰੇ ਅਕਾਲ ਪੁਰਖ ਵਾਹਿਗੁਰੂ ਦੇ ਕਰਤੇ ਦੇ ਵਿੱਚ ਆਹ ਗੁਣ ਨੇ। ਉਹਦੀ ਵਿਚਾਰ ਕਰਨੀ। ਵਿਚਾਰ ਅਸੀਂ ਤੁਸੀਂ ਕੀ ਕਰ ਸਕਦੇ ਹਾਂ, ਉਹਦਾ ਅੰਤ ਕਿਵੇਂ ਪਾ ਸਕਦੇ, ਪਰ ਵਿਚਾਰ ਕਰਨੀ ਹੈ ਕਿ ਜਿਸ ਜਾ ਪ੍ਰਭ ਕੀ ਹੋਂ ਚੇਰਲੀ ਸੋ ਸਭ ਤੇ ਉੱਚਾ। ਇਹ ਵਿਚਾਰ ਕਰਨੀ ਹੈ। ਕੀ ਵਿਚਾਰ ਕਰਨੀ ਹੈ? ਮੇਰਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਮੈਂ ਕੀਰਤੀ ਕਰ ਰਿਹਾ, ਉਹ ਨਿਰਭਉ ਹੈ, ਭੈ ਤੋਂ ਰਹਿਤ ਹੈ। ਜਿਸ ਕਰਤੇ ਦੀ ਮੈਂ ਕੀਰਤੀ ਕਰ ਰਿਹਾ ਉਹ ਨਿਰਵੈਰ ਹੈ, ਉਹਦਾ ਕਿਸੇ ਨਾਲ ਵੈਰ ਵੀ ਨਹੀਂ। ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਵਿਚਾਰ ਕਰਨੀ ਹੈ, ਹੋਰ ਅਸੀਂ ਉਹਦੀ ਵਿਚਾਰ ਕੁਝ ਨਹੀਂ ਕਰ ਸਕਦੇ।
ਜੈ ਘਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ। ਉਹਦੀ ਵਿਚਾਰ ਇਹ ਕਰਨੀ। ਉਹ ਨਿਰਭਉ ਹੈ, ਉਹ ਨਿਰਵੈਰ ਹੈ, ਅਕਾਲ ਮੂਰਤ ਹੈ, ਕਾਲ ਤੋਂ ਰਹਿਤ ਹੈ, ਅਜੂਨੀ ਹੈ, ਜੂਨਾ ਤੋਂ ਰਹਿਤ ਹੈ। ਮੈਂ ਕਈ ਵਾਰੀ ਬੇਨਤੀ ਕਰਦਾ ਹੁੰਦਾ ਕਿ ਦੇਹਧਾਰੀ ਡੰਬੀ ਪਖੰਡੀਆਂ ਦੇ ਡੇਰਿਆਂ 'ਤੇ ਜਾਣ ਵਾਲਿਓ, ਆਪਣੇ ਗੁਰੂ ਦਾ ਦਰ ਛੱਡ ਕਰਕੇ, ਆਪਣੇ ਪੂਰੇ ਗੁਰੂ ਦਾ ਦਰ ਛੱਡ ਕਰਕੇ ਉਹਨਾਂ ਦੇ ਡੇਰਿਆਂ 'ਤੇ ਜਾ ਕੇ ਧੱਕੇ ਖਾਣ ਵਾਲਿਓ, ਕਦੀ ਸੋਚ ਲਿਆ ਕਰੋ 2 ਮਿੰਟ ਬੈਠ ਕੇ ਚਿੰਤਨ ਕਰ ਲਿਆ ਕਰੋ ਕਿ ਜਿਹਦੇ ਡੇਰੇ 'ਤੇ ਮੈਂ ਚੱਲਿਆ ਉਹਦਾ ਇੱਕ ਵੀ ਗੁਣ ਮੇਰੇ ਗੁਰੂ ਦੇ ਨਾਲ ਮਿਲਦਾ ਹੈ। ਉਹਦੇ ਵਿੱਚ ਕਿਹੜੇ ਕਿਹੜੇ ਗੁਣ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਵਿਚਾਰ ਕਰਨੀ ਹੈ, ਇਹ ਵਿਚਾਰ ਕਰਨੀ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ ਐਸਾ ਸਿਰਜਣਹਾਰ ਹੈ, ਐਸਾ ਸਮਰੱਥ ਹੈ, ਐਸਾ ਤਾਕਤਵਰ ਹੈ। ਉਹ ਛਿੰਨ ਦੇ ਵਿੱਚ ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ। ਉਹਦੀ ਕੀਰਤੀ ਕਰਦਿਆਂ ਕਰਦਿਆਂ ਵਿਚਾਰ ਕਰਨੀ ਹੈ ਕਿ ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ। ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਉਹ ਮੇਰੇ ਗੁਰੂ ਦੇ ਵਿੱਚ ਬਖਸ਼ਿਸ਼ਾਂ ਪਿਆਰਿਆ, ਭਿਖਾਰੀ ਤੇ ਰਾਜ ਕਰਾਵੇ। ਹੈ ਕੋਈ ਦੁਨੀਆ ਦੇ ਉੱਪਰ ਐਸਾ ਗੁਰੂ ਜਿਹੜਾ ਭਿਖਾਰੀਆਂ ਨੂੰ ਰਾਜਾ ਬਣਾ ਦੇਵੇ? ਇੱਕ ਛਿੰਨ ਦੇ ਵਿੱਚ ਰਾਜਾ ਤੇ ਭਿਖਾਰੀ, ਖਲ ਮੂਰਖ ਤੇ ਪੰਡਤ, ਕਰਬੋ ਪੰਡਤ ਤੇ ਮੁਗਧਾਰੀ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ। ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਤਿਤ ਘਰ ਗਾਵੋ ਸੋਹਿਲਾ। ਉਸ ਘਰ ਵਿੱਚ ਬੈਠ ਕਰਕੇ ਉਸ ਕਰਤੇ ਦਾ ਸੋਹਲਾ ਗਾਓ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋਹਲਾ ਗਾਉਣਾ ਹੈ। ਇਹ ਸੋਹਲਾ ਸਿੱਖਾ ਤੂੰ ਤਾਂ ਪੜ੍ਹਨਾ ਹੈ ਕਿ ਜਦੋਂ ਤੇਰੀ ਮੌਤ ਆਵੇ ਤੂੰ ਮੌਤ ਤੋਂ ਡਰੇ ਨਾ। ਆ ਦਿੱਲੀ ਦੀ ਧਰਤੀ ਹੈ ਨਾ, ਦਿੱਲੀ ਦੀ ਧਰਤੀ ਦੇ ਉੱਪਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਵਿੱਚ 3 ਸਿੱਖ ਨੇ ਜਿਹੜੇ ਸੋਹਲਾ ਸਾਹਿਬ ਜੀ ਦਾ ਜਾਪ ਕਰਨ ਵਾਲੇ ਨੇ ਨਿਤਨੇਮ ਦੀਆਂ ਬਾਣੀਆਂ ਦੇ ਨਾਲ। ਲਾਜ਼ਮੀ ਹੈ ਕਿ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ, ਭਾਈ ਦਿਆਲ ਦਾਸ ਜੀ ਪੜ੍ਹਦੇ ਹੋਣਗੇ, ਨਿਤਨੇਮ ਹੈ। ਕਿਉਂਕਿ ਇਹ ਬਚਨ ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਰਤਾਰਪੁਰ ਦੀ ਧਰਤੀ ਤੇ ਬਚਨ ਕਰ ਦਿੱਤੇ ਸਨ। ਸੋਦਰ ਆਰਤੀ ਗਾਵੀ ਅੰਮ੍ਰਿਤ ਵੇਲਾ ਜਾਪ ਉਚਾਰਾ। ਜਾਪ ਤਾਂ ਇਹਨਾਂ ਬਾਣੀਆਂ ਦਾ ਕਰਦੇ ਨੇ, ਅਭਿਆਸ ਉਹਨਾਂ ਦਾ ਸੀ। ਭਾਈ ਮਤੀ ਦਾਸ ਜੀ ਦੇ ਸਾਹਮਣੇ ਜਲਾਦ ਆ ਗਿਆ, ਫਤਵਾ ਲੱਗ ਗਿਆ 2 ਫੱਟਿਆਂ ਵਿੱਚ ਬੰਨ੍ਹ ਕੇ ਦੁਫਾਰ ਕਰ ਦਿੱਤਾ ਜਾਵੇਗਾ। ਭਾਈ ਮਤੀ ਦਾਸ ਜੀ ਨੂੰ ਜਲਾਦ ਕਹਿਣ ਲੱਗਾ, ਮਤੀ ਦਾਸਾ 2 ਗੱਲਾਂ ਨੇ ਤੇਰੇ ਸਾਹਮਣੇ, ਇੱਕ ਦੀ ਚੋਣ ਕਰ ਲੈ। ਜੇ ਤੇ ਤੂੰ ਜਿਹੜਾ ਗੁਰੂ ਪਿੰਜਰੇ ਦੇ ਵਿੱਚ ਹੈ ਉਹਦਾ ਹੁਕਮ ਮੰਨਣਾ ਹੈ ਤਾਂ ਤੈਨੂੰ 2 ਫਾੜ ਕਰ ਦਿੱਤਾ ਜਾਵੇਗਾ। ਇੱਕ ਛਿੰਨ ਦੇ ਵਿੱਚ 2 ਹਿੱਸਿਆਂ ਦੇ ਵਿੱਚ ਤੇਰਾ ਤਨ ਕਰ ਦਿੱਤਾ ਜਾਵੇਗਾ। ਵੇਖ ਲਾ ਫਤਵਾ ਲੱਗ ਚੁੱਕਾ ਹੈ, ਮੈਨੂੰ ਹੁਕਮ ਹੋ ਗਿਆ। ਦੂਸਰਾ, ਜੇ ਤੂੰ ਪਿੰਜਰੇ ਵਾਲੇ ਗੁਰੂ ਦੇ ਹੁਕਮ ਮੰਨਣ ਤੋਂ ਇਨਕਾਰੀ ਹੋ ਜਾਵੇਂ ਤੇ ਬਾਦਸ਼ਾਹ ਦੀ ਗੱਲ ਮੰਨ ਲਵੇਂ, ਇਸਲਾਮ ਕਬੂਲ ਕਰ ਲਵੇਂ, ਤਾਂ ਦੁਨੀਆ ਦੀ ਸਾਰੀ ਐਸ਼ੋ ਇਸ਼ਰਤ, ਦੁਨੀਆ ਦੇ ਹਿੰਦੁਸਤਾਨ ਦੇ ਤਮਾਮ ਐਸ਼ੋ ਇਸ਼ਰਤ ਤੇਰੀ ਝੋਲੀ ਦੇ ਵਿੱਚ ਪੈਣਗੇ, ਪਦਾਰਥ ਪੈਣਗੇ, ਮਾਇਆ ਦੇ ਅੰਬਾਰ ਤੇਰੇ ਅੱਗੇ ਲੱਗ ਜਾਣਗੇ। ਭਾਈ ਮਤੀ ਦਾਸ ਜੀ ਨੇ ਪਤਾ ਕੀ ਆਖਿਆ ਸੀ? ਆਖਿਆ ਦੋਵਾਂ ਦੀ ਮੈਂ ਚੋਣ ਤਾਂ ਕਰਾਂ ਜੇ ਦੋਵਾਂ ਬਾਰੇ ਮੈਨੂੰ ਗਿਆਨ ਹੋਵੇ। ਇੱਕ ਬਾਰੇ ਗਿਆਨ ਹੈ, ਧਨ ਦੌਲਤ ਦਾ, ਪਦਾਰਥਾਂ ਦਾ ਗਿਆਨ ਹੈ ਮੈਨੂੰ, ਪਰ ਦੂਸਰਾ ਆਰੇ ਦੇ ਨਾਲ ਚੀਰੇ ਜਾਣ ਦਾ ਮੈਨੂੰ ਗਿਆਨ ਨਹੀਂ। ਗਿਆਨ ਮੈਨੂੰ, ਮੈਂ ਵਾਕਿਫ ਤਾਂ ਹੋ ਸਕਦਾ, ਮੈਂ ਇਹਦੇ ਤੋਂ ਨਾਵਾਕਿਫ ਹਾਂ। ਇੱਕ ਚੀਜ਼ ਤੋਂ ਮੈਂ ਵਾਕਿਫ ਹਾਂ, ਪਰ ਇੱਕ ਚੀਜ਼ ਤੋਂ ਮੈਂ ਨਾਵਾਕਿਫ ਹਾਂ, ਉਹ ਹੈ ਆਰੇ ਦੇ ਨਾਲ ਚੀਰਿਆ ਜਾਣਾ। ਕਿਤੇ 2 ਚੀਰ ਤਾਂ ਦੇ, ਮੈਂ ਵਾਕਿਫ ਤਾਂ ਹੋਵਾਂ ਕਿ ਕਿੱਦਾਂ ਦਾ, ਫਿਰ ਮੈਂ ਨਿਰਣਾ ਕਰਾਂਗਾ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਿਨ੍ਹਾਂ ਨੇ ਸਮਝ ਲਿਆ, ਜਿਨ੍ਹਾਂ ਨੇ ਉਹਦੇ ਕਰਤੇ ਦੇ ਸੋਹਲੇ ਗਾਏ, ਉਹਨਾਂ ਨੇ ਮੌਤ ਨੂੰ ਵੀ ਮਖੌਲਾਂ ਕੀਤੀਆਂ, ਮੌਤ ਨੂੰ ਵੀ, ਉਹ ਮੌਤ ਦੇ ਨਾਲ ਵੀ ਲੜ ਗਏ, ਮੌਤ ਨੂੰ ਵੀ ਉਹਨਾਂ ਖਿਡਾਵੀ ਸਮਝਿਆ। ਕਹਿੰਦੇ ਜਦੋਂ 2 ਚੀਰ ਜਲਾਦ ਨੇ ਦਿੱਤੇ, ਸੀਸ ਵਿੱਚੋਂ ਖੂਨ ਦੇ ਕਤਰੇ ਡਿੱਗੇ, ਚਿਹਰੇ ਤੋਂ ਹੁੰਦੇ ਹੋਏ ਜਦੋਂ ਦਾੜੇ ਤੇ ਆਏ ਨਾ, ਕਹਿੰਦੇ 2 ਚੀਰੇ ਦੇ ਕੇ ਜਲਾਦ ਰੁਕ ਗਿਆ। ਆਖਿਆ ਦੱਸ ਹੁਣ? ਆਖਿਆ ਮਿੱਤਰਾ ਹੁਣ ਅਟਕ ਨਾ,
हुण अटकना आरा प्यारा लगत है, सहजे सहजे जाए, सिर जाए ता जाए, मेरा सिखी सिदक ना जाए। प्यार नाल आखो सतनाम श्री वाहिगुरू। मैं हुण इहदे तो वाकफ हो गया, ਇਹਦੇ ਵਿੱਚ ਜ਼ਿਆਦਾ ਆਨੰਦ ਹੈ। ਆਰੇ ਦੇ ਨਾਲ ਸ਼ਹੀਦ ਹੋਣਾ, ਤਨ ਚਰਾਉਣਾ, ਇਹਦੇ ਵਿੱਚ ਜ਼ਿਆਦਾ ਆਨੰਦ ਹੈ। ਕਹਿੰਦੇ ਜਦੋਂ ਸਰਮੱਧ ਵਰਗੇ ਫਕੀਰ ਨੂੰ ਮਾਰਨ ਲੱਗੇ ਨਾ, ਮੌਤ ਦੀ ਸਜ਼ਾ ਹੋਈ ਤੇ ਜਲਾਦ ਆਇਆ, ਕਹਿੰਦੇ ਮਿਸ਼ਰੀ ਦੀ ਡਲੀ ਕੱਢ ਕੇ ਤੇ ਜਲਾਦ ਦੇ ਮੂੰਹ ਵਿੱਚ ਪਾਈ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਰਬੱਤ ਵਰਗੇ ਫਕੀਰਾਂ ਨੇ, ਜਿਨ੍ਹਾਂ ਨੇ ਸਮਝ ਲਿਆ ਕਿ ਇਹ ਪੇਕਾ ਘਰ ਹੈ, ਸਹੁਰੇ ਘਰ ਜਾਣਾ ਹੈ, ਇਹਨਾਂ ਦੇ ਜ਼ਰੀਏ ਚਲੇ ਜਾਵਾਂਗੇ ਤੇ ਤਾਂ ਕੋਈ ਗੱਲ ਨਹੀਂ। ਗੁਰੂ ਤੇਗ ਬਹਾਦਰ ਮਹਾਰਾਜ ਜੀ ਵੀ ਕਹਿੰਦੇ ਸਰੀਰ ਦਾ ਠੀਕਰਾ ਤਾਂ ਮੈਂ ਫੋੜਨਾ ਹੀ ਸੀ, ਠੀਕਰ ਫੋਰ ਦਲੀਸ ਸਿਰ ਪ੍ਰਾਪੁਰ ਕੀਆ ਪਿਆਨ। ਪ੍ਰਾਪੁਰ ਹੈ ਉਹ ਅਕਾਲ ਪੁਰਖ ਵਾਹਿਗੁਰੂ ਦਾ ਘਰ ਹੈ। ਬੇਅੰਤ ਪ੍ਰਮਾਣ ਐਸੇ ਮਿਲਦੇ ਨੇ। ਕਹਿੰਦੇ ਜਦੋਂ ਸੁਕਰਾਤ ਨੂੰ ਮੌਤ ਦਾ ਘਾਟ ਉਤਾਰਨ ਵਾਸਤੇ ਜ਼ਹਿਰ ਦਾ ਪਿਆਲਾ ਦਿੱਤਾ ਜਾ ਰਿਹਾ ਸੀ ਨਾ, ਜ਼ਹਿਰ ਦਾ ਪਿਆਲਾ ਹੱਥ ਵਿੱਚ ਫੜਿਆ ਹੋਇਆ, ਜਿਨ੍ਹਾਂ ਨੇ ਸਮਝ ਲਿਆ ਕਿ ਇਹ ਸਾਡਾ ਪੇਕਾ ਘਰ ਹੈ ਤੇ ਸਹੁਰੇ ਘਰ ਜਾਣਾ ਪੈਣਾ ਹੈ, ਆਪਣੇ ਹੱਸ ਹੱਸ ਕੇ ਸੰਗੀ ਸਾਥੀਆਂ ਨੂੰ ਸਲਾਹਾਂ ਦਿੰਦੇ ਨੇ, ਉਹਨਾਂ ਨਾਲ ਗੱਲਾਂ ਕਰਦੇ ਨੇ। ਜ਼ਹਿਰ ਦਾ ਪਿਆਲਾ ਹੱਥ ਵਿੱਚ ਹੈ। ਸੰਗੀ ਸਾਥੀ ਕਹਿਣ ਲੱਗੇ ਇਹ ਕੀ, ਤੁਹਾਡੇ ਸਾਹਮਣੇ ਮੌਤ ਖੜੀ ਹੈ ਤੇ ਹੱਸ ਹੱਸ ਕੇ ਗੱਲਾਂ ਕਰਦੇ ਹੋ। ਕਹਿੰਦੇ ਕਿਉਂ ਨਾ ਭਾਈ, ਕਿਉਂਕਿ ਮੈਂ ਆਪਣੇ ਸਹੁਰੇ ਘਰ ਜਾ ਰਿਹਾ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮੈਨੂੰ ਖੁਸ਼ੀ ਹੈ ਇਸ ਗੱਲ ਦੀ, ਮੇਰੇ ਅਕਾਲ ਪੁਰਖ ਵਾਹਿਗੁਰੂ ਦਾ ਮੈਨੂੰ ਸੱਦਾ ਆ ਗਿਆ। ਇੱਕ ਹੋਰ ਬੇਨਤੀ ਕਰਾਂ, ਇੱਕ ਸ਼ਬਦ ਯਾਦ ਆ ਗਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਅੰਦਰ, ਕਿਉਂਕਿ ਪ੍ਰਕਰਨ ਮੌਤ ਦਾ ਸੋਲਾ ਖੁਸ਼ੀ ਦਾ ਗੀਤ ਹੈ, ਖੁਸ਼ੀ ਦਾ ਗੀਤ ਹੈ, ਸਮਝਣਾ ਇਸ ਨੂੰ ਤੁਸੀਂ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਇੱਕ ਸ਼ਬਦ ਆਉਂਦਾ ਹੈ ਪਾਤਸ਼ਾਹ ਜੀ ਦਾ, ਮਾਰੂ ਰਾਗ ਅੰਦਰ। ਉੱਥੇ ਇਸਤਰੀ ਜਿਹੜੀ ਕਾਇਆ ਹੈ ਨਾ, ਉਹ ਆਪਣੇ ਪਤੀ ਨੂੰ ਬੇਨਤੀ ਕਰਦੀ ਹੈ। ਕੀ ਬੇਨਤੀ ਕਰਦੀ? ਧੰਨ ਕਹੈ ਤੂੰ ਵਸ ਮੈਂ ਨਾਲੇ। ਧੰਨ ਇਸਤਰੀ, ਕਾਇਆ ਰੂਪੀ ਇਸਤਰੀ ਆਪਣੇ ਪਤੀ ਨੂੰ ਬੇਨਤੀ ਕਰਦੀ, ਤੂੰ ਮੇਰੇ ਨਾਲ ਰਹਿ। ਪ੍ਰੈ ਸੁਖਵਾਸੀ ਬਾਲ ਗੋਪਾਲੇ। ਜਿਵੇਂ ਦੁਨਿਆਵੀ ਇਸਤਰੀ ਆਪਣੇ ਪਤੀ ਨੂੰ ਕਵੇ ਕਿ ਤੂੰ ਮੈਨੂੰ ਛੱਡ ਕੇ ਨਾ ਜਾਵੀਂ, ਮੈਂ ਤੇਰੇ ਤੋਂ ਬਿਨਾਂ ਕਾਹੇ ਜੋਗੀ ਨਹੀਂ, ਜਿਹਦੀ ਪਤੀ ਵਰਤਾ ਇਸਤਰੀ ਹੈ। ਧੰਨ ਕਹੈ ਤੂੰ ਵਸ ਮੈਂ ਨਾਲੇ, ਪ੍ਰੈ ਸੁਖਵਾਸੀ ਬਾਲ ਗੋਪਾਲੇ। ਤੁਝੇ ਬਿਨਾ ਹੋ ਕਿਤ ਹੀ ਨਾ ਲੇਖੈ, ਮੈਂ ਤੇਰੇ ਤੋਂ ਬਿਨਾਂ ਕਾਹੇ ਜੋਗੀ ਨਹੀਂ। ਬਚਨ ਦੇ ਛੋੜ ਨਾ ਜਾਸਾ ਹੈ, ਤੂੰ ਮੇਰੇ ਨਾਲ ਵਾਅਦਾ ਕਰਕੇ ਮੈਨੂੰ ਛੱਡ ਕੇ ਨਹੀਂ ਜਾਏਗਾ। ਪਰ ਅੱਗੋਂ ਜੀਵ ਆਤਮਾ ਰੂਪੀ ਪਤੀ ਕੀ ਕਹਿੰਦਾ ਕਾਇਆ ਰੂਪੀ ਇਸਤਰੀ ਨੂੰ? ਫਿਰ ਕਹਿਆ ਹੋ ਹੁਕਮੀ ਬੰਦਾ, ਮੈਂ ਤਾਂ ਅਕਾਲ ਪੁਰਖ ਵਾਹਿਗੁਰੂ ਖਸਮ ਦੇ ਹੁਕਮ ਦਾ ਬੱਧਾ ਹੋਇਆ। ਹੁਕਮ ਵੀ ਉਹਦਾ ਹੈ, ਉਹ ਭਾਰੋ ਠਾਕੁਰ ਜਿਸ ਕਾਣ ਨਾ ਛੰਦਾ। ਉਹ ਅਕਾਲ ਪੁਰਖ ਵਾਹਿਗੁਰੂ ਉਹ ਭਾਰਾ ਐਡਾ, ਉਹਨੂੰ ਕਿਸੇ ਦੀ ਕਾਣ ਨਹੀਂ ਹੈ। ਹਾਂ ਮੈਂ ਤੇਰੇ ਨਾਲ ਵਾਅਦਾ ਕਰਦਾ ਹਾਂ, ਜਿਚਰ ਰੱਖੈ ਤਿਚਰ ਤੁਮ ਸੰਗ ਰਹਿਣਾ। ਜਿੰਨਾ ਚਿਰ ਮੇਰੇ ਮਾਲਕ ਨੇ ਮੈਨੂੰ ਤੇਰੇ ਨਾਲ ਰਹਿਣ ਦਾ ਹੁਕਮ ਕੀਤਾ, ਮਾਤ ਲੋਕ ਦੇ ਵਿੱਚ ਮੈਂ ਰਵਾਂਗਾ। ਜਾਂ ਸੱਦੇ ਤਾਂ ਊਠ ਸਿਧਾਸਾ ਹੈ। ਫਿਰ ਕੀ ਹੋਇਆ? ਆਈ ਆਗਿਆ ਪਿਰੋਂ ਬੁਲਾਇਆ, ਨਾ ਧਨ ਪੁੱਛੀ ਨਾ ਮਤਾ ਪਕਾਇਆ। ਊਠ ਸਿਧਾਇਓ ਸ਼ੂਟਰ ਮਾਟੀ, ਦੇਖ ਨਾਨਕ ਮਿਥਨ ਮਹਾਸਾ ਹੈ। ਇਹ ਜੀਵ ਰੂਪੀ ਇਸਤਰੀ, ਇਹਨੇ ਆਪਣੇ ਪੇਕੇ ਘਰ ਤੋਂ ਸਹੁਰੇ ਘਰ ਜਾਣਾ। ਜਿਨ੍ਹਾਂ ਨੇ ਸਮਝ ਲਿਆ, ਉਹਨਾਂ ਨੇ ਮੌਤ ਨੂੰ ਵੀ ਆਨੰਦਮਈ ਗੀਤ ਸਮਝ ਕੇ ਤੇ ਗਲ ਨਾਲ ਲਾ ਲਿਆ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਹ ਮੌਤ ਤੋਂ ਡਰੇ ਨਹੀਂ। ਤਾਂ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਸਤਿਗੁਰੂ ਕਹਿੰਦੇ, ਤਿਤ ਘਰ ਗਾਵੋ ਸੋਹਿਲਾ, ਸਿਵਰੋ ਸਿਰਜਨਹਾਰੋ। ਉਸ ਅਕਾਲ ਪੁਰਖ ਵਾਹਿਗੁਰੂ ਸਿਰਜਨਹਾਰ ਨੂੰ ਸਿਮਰਨਾ ਕਰੋ। ਜੈ ਘਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਬਾਣੀ ਨੂੰ ਕੰਠ ਕਰੋ। ਜਦੋਂ ਤੁਸੀਂ ਚੌਂਕੜਾ ਮਾਰ ਕੇ ਕਿਤੇ ਗੁਟਕਾ ਸਾਹਿਬ ਜਾਂ ਮੋਬਾਈਲ ਫੜ ਕੇ ਬਾਣੀ ਪੜ੍ਹੋਗੇ ਨਾ, ਤੁਹਾਨੂੰ ਆਨੰਦ ਨਹੀਂ ਆਵੇਗਾ, ਕਿਉਂਕਿ ਨੀਂਦ ਆ ਜਾਵੇਗੀ ਤੁਹਾਨੂੰ ਨਾਲ ਨਾਲ। ਨਾ ਤਾਂ ਗੁਟਕਾ ਸਾਹਿਬ ਤੁਹਾਡੇ ਹੱਥ ਵਿੱਚ ਰਹੇਗਾ, ਨਾ ਮੋਬਾਈਲ ਰਹੇਗਾ। ਬੜੇ ਪਿਆਰ ਦੇ ਨਾਲ ਬਾਣੀ ਦਾ ਜਾਪ ਕਰਿਆ ਕਰੋ। ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ।
ਤਿਤ ਘਰ ਗਾਵੋ ਸੋਹਿਲਾ। ਉਸ ਘਰ ਦੇ ਵਿੱਚ ਸਾਹਿਬ ਜੀ ਕਹਿੰਦੇ ਸੋਹਲੇ ਗਾਓ, ਵਾਹਿਗੁਰੂ ਪ੍ਰਮਾਤਮਾ ਦੇ ਗੀਤ ਗਾਓ। ਗਾਉਣੇ ਕਿਵੇਂ ਨੇ? ਸਿਵਰਿਓ ਸਿਰਜਣਹਾਰੋ, ਉਸ ਸਿਰਜਣਹਾਰ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਨਾ ਹੈ, ਉਹਦੀ ਯਾਦ ਦੇ ਵਿੱਚ ਗੀਤ ਗਾਉਣੇ ਨੇ, ਬਾਣੀ ਪੜ੍ਹਨੇ ਨੇ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਪਿਆਰਿਓ, ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮੇਰੇ ਨਿਰਭਉ ਦਾ ਸੋਹਿਲਾ ਗਾਓ, ਅਕਾਲ ਪੁਰਖ ਵਾਹਿਗੁਰੂ ਦਾ ਸੋਹਿਲਾ ਗਾਓ, ਖੁਸ਼ੀ ਦਾ ਗੀਤ ਗਾਓ। ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ ਹਉ ਵਾਰੀ ਜਿਤ ਸੋਹਿਲਾ। ਐਸੇ ਸੋਹਿਲਾ, ਐਸੇ ਅਕਾਲ ਪੁਰਖ ਵਾਹਿਗੁਰੂ ਦੇ ਉਸਤਤ ਦੇ ਗੀਤ ਤੋਂ ਮੈਂ ਸਦਕੇ ਜਾਣਾ, ਜਿਹਦੇ ਗਾਉਣ ਦੇ ਨਾਲ ਸਦਾ ਸੁਖ ਹੋਏ, ਸਦਾ ਸਦੀਵ ਸੁਖ ਬਣਿਆ ਰਹਿੰਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵਿੱਚ ਬਾਣੀ ਅੰਦਰ ਬਾਰ-ਬਾਰ ਜ਼ਿਕਰ ਆਇਆ ਹਉ ਕੁਰਬਾਨੇ ਜਾਓ ਮਿਹਰਬਾਨਾ। ਇੱਥੇ ਵੀ ਸਦਕੇ ਜਾਣ ਦੀ, ਕੁਰਬਾਨ ਜਾਣ ਦੀ ਗੱਲ ਕੀਤੀ ਹੈ। ਇੱਥੇ ਵੀ ਸਦਕੇ ਜਾਣ ਦੀ, ਕੁਰਬਾਨ ਸਦਕੇ ਇੱਕ ਹੀ ਗੱਲ ਹੈ। ਬਲਹਾਰ ਨੇ ਜਾਣਾ, ਸਦਕੇ ਜਾਣਾ, ਇੱਕ ਹੀ ਅਰਥ ਨੇ। ਮਹਾਰਾਜ ਕਹਿੰਦੇ ਨੇ ਹਉ ਕੁਰਬਾਨੇ ਜਾਓ ਮਿਹਰਬਾਨਾ, ਹਉ ਕੁਰਬਾਨੇ ਜਾਓ, ਹਉ ਕੁਰਬਾਨੇ ਜਾਓ ਤਿਨਾ ਕੇ ਲੈਨ ਜੋ ਤੇਰਾ ਨਾਮ। ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ, ਲੈਨ ਜੋ ਤੇਰਾ ਨਾਉ ਤਿਨਾ ਕਹਿ ਹਉ ਸਦ ਕੁਰਬਾਨੇ ਜਾਓ। ਸਾਹਿਬ ਜੀ ਕਹਿੰਦੇ ਮੈਂ ਐਸੇ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਦੇ ਗੀਤ ਤੋਂ, ਉਹਦੀ ਉਸਤਤ ਭਰੇ ਗੀਤ ਤੋਂ ਮੈਂ ਵਾਰ-ਵਾਰ ਸਦਕੇ ਜਾਣਾ, ਜਿਹਦੇ ਗਾਉਣ ਦੇ ਨਾਲ ਸਦਾ ਸੁਖ ਮਨ ਵਸੈ, ਦੁੱਖ ਸੰਸਾਰੈ ਖੋਵੈ। ਸਦਾ ਹੀ ਮਨ ਵਿੱਚ ਸੁੱਖ ਦਾ ਪ੍ਰਵੇਸ਼ ਹੋ ਜਾਂਦਾ ਹੈ, ਦੁੱਖ ਦਾ ਨਾਸ ਹੋ ਜਾਂਦਾ ਹੈ। ਰਹਾਉ ਦਾ ਵਿਸ਼ਰਾਮ ਦੇ ਕੇ ਸਾਹਿਬ ਜੀ ਕਿਰਪਾ ਕਰਦੇ ਨਿਤ ਨਿਤ ਜੀੜੇ ਸੰਭਾਲੀਨ। ਉਹ ਸਿਰਜਣਹਾਰ ਅਕਾਲ ਪੁਰਖ ਵਾਹਿਗੁਰੂ ਨਿਤ ਨਿਤ ਨਿਤਾ ਪ੍ਰਤੀ ਆਪਣੇ ਜੀਵਨ ਦੀ ਸੰਭਾਲ ਕਰਦਾ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਤਾਰੇ। ਨਿਤ ਨਿਤ ਜੀੜੇ ਸੰਭਾਲੀਨ, ਦੇਖੇਗਾ ਦੇਵਨਹਾਰ। ਉਹ ਦੇਖ ਰਿਹਾ ਹੈ, ਦੇਵਨਹਾਰ ਅਕਾਲ ਪੁਰਖ ਵਾਹਿਗੁਰੂ ਸਾਰੇ ਜੀਵਾਂ ਨੂੰ ਦੇਖ ਵੀ ਰਿਹਾ, ਉਹ ਆਪਣੇ ਜੀਵਾਂ ਦੀ ਸੰਭਾਲ ਵੀ ਕਰ ਰਿਹਾ ਹੈ। ਉਹ ਪੱਥਰਾਂ ਦੇ ਵਿੱਚ ਕੀੜਿਆਂ ਨੂੰ ਵੀ ਰਿਜ਼ਕ ਪਹੁੰਚਾ ਰਿਹਾ ਹੈ। ਕੈਸਾ ਹੈ ਨਾ, ਸਾਡੇ ਪਰਿਵਾਰ ਦੇ ਵਿੱਚ 2 ਮੈਂਬਰਾਂ ਦਾ ਸਾਡੇ ਕੋਲ ਖਿਆਲ ਨਹੀਂ ਰੱਖਿਆ ਜਾਂਦਾ, ਉਹ ਅਕਾਲ ਪੁਰਖ ਵਾਹਿਗੁਰੂ ਐਡਾ ਬੇਅੰਤ ਹੈ, ਉਹ ਕੀੜਿਆਂ ਨੂੰ ਵੀ ਪੱਥਰਾਂ ਦੇ ਵਿੱਚ ਰਿਜ਼ਕ ਪਹੁੰਚਾਉਂਦਾ, ਉਹਨੂੰ ਫਿਕਰ ਹੈ। ਨਿਤ ਨਿਤ ਜੀੜੇ, ਜੀੜੇ ਦੇ ਅਰਥ ਨੇ ਸਾਰੇ ਜੀਵ ਜੰਤੂ। ਸੰਭਾਲੀਨ ਦੇਖੇਗਾ ਦੇਵਨਹਾਰ, ਸੰਭਾਲ ਨਹੀਂ ਕਰ ਰਿਹਾ, ਦੇਖ ਵੀ ਰਿਹਾ। ਤੇਰੇ ਦਾਨੇ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸੰਭਾਰ। ਕਹਿੰਦੇ ਉਹਦੀਆਂ ਦਾਤਾਂ, ਦਿੱਤੀਆਂ ਹੋਈਆਂ ਦਾਤਾਂ ਦਾ ਕੋਈ ਅੰਤ ਨਹੀਂ ਪਾ ਸਕਦਾ, ਤੇ ਦੇਣ ਵਾਲੇ ਦਾਤੇ ਦਾ ਅੰਤ ਕਿਵੇਂ ਕੋਈ ਪਾ ਸਕਦਾ ਹੈ। ਤੇਰੇ ਦਾਤੇ ਕਵਣ ਸੰਭਾਰ, ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਦੀ ਕੋਈ ਕੀਮਤ ਨਹੀਂ ਪਾ ਸਕਦਾ। ਉਹ ਜੋ ਕੁਛ ਪਾਇਆ ਸੋ ਏਕਾ ਵਾਰ। ਆ ਜਿਹੜੀ ਹਵਾ ਹੈ, ਇਹ ਕੋਈ ਸਾਨੂੰ ਮੁੱਲ ਲੈਣੀ ਪੈ ਰਹੀ ਹੈ, ਇਹਦੀ ਕੋਈ ਕੀਮਤ ਪਾ ਸਕਦਾ ਹੈ? ਇਹ ਜਿਹੜੀ ਆਬੋ ਹਵਾ ਹੈ ਪੌਣ ਪਾਣੀ ਦੀ, ਇਹਦੀ ਕੋਈ ਸਾਨੂੰ ਕੋਈ ਕੀਮਤ ਪਾ ਸਕਦਾ ਹੈ? ਨਹੀਂ ਪੈ ਸਕਦੀ। ਉਹਦੇ ਦਿੱਤੇ ਹੋਏ ਦਾਤਾਂ ਦੀ, ਬੇਅੰਤ ਪਦਾਰਥਾਂ ਦੀ ਕੋਈ ਕੀਮਤ ਨਹੀਂ ਪਾ ਸਕਦਾ। ਤੇ ਉਸ ਦਾਤੇ ਦਾ ਅੰਤ ਪਾਉਣਾ ਤਾਂ ਬੜੀ ਦੂਰ ਦੀ ਗੱਲ ਹੈ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਹ ਅੰਤ ਕੋ ਪਾਹਣ ਜੋਗ ਹੈ, ਸੇ ਆਏ ਅੰਤ ਗਵਾਏ। ਉਹ ਤਾਂ ਇਉਂ ਹੈ ਕਿ ਜਿਵੇਂ ਇੱਕ ਲੂਣ ਦੀ ਡਲੀ ਸਮੁੰਦਰ ਦਾ ਅੰਤ ਪਾਉਣ ਵਾਸਤੇ ਗਈ ਸੀ, ਵਾਪਸ ਨਹੀਂ ਆਈ, ਉਹ ਵਿੱਚ ਹੀ ਅਭੇਦ ਹੋ ਗਈ, ਉਹਦਾ ਅੰਤ ਨਹੀਂ ਪਾ ਸਕੀ। ਸਾਡੀ ਹਾਲਤ ਵੀ ਉਹ ਹੈ ਜੀਵਾਂ ਦੇ। ਤੇਰੇ ਦਾਨੇ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸੰਭਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ। ਜਦੋਂ ਲੜਕੀ ਦਾ ਵਿਆਹ ਹੁੰਦਾ ਹੈ ਨਾ, ਉਦੋਂ ਮਈਏ ਪਾਏ ਜਾਂਦੇ ਨੇ। ਇੱਧਰ ਦੀ ਮਾਲਵੇ ਦੀ ਭਾਸ਼ਾ ਵਿੱਚ ਮਈਆ ਹੈ, ਮਾਝੇ ਦੀ ਦੁਆਬੇ ਦੇ ਵਿੱਚ ਤੇਲ ਚੜਾਉਣ ਦੀ ਗੱਲ ਕੀਤੀ ਜਾਂਦੀ ਹੈ ਕਿ ਲੜਕੀ ਦੇ ਸਿਰ ਵਿੱਚ ਸਖੀਆਂ ਸਹੇਲੀਆਂ ਆਣ ਕੇ ਤੇਲ ਚੜਾਉਂਦੀਆਂ ਨੇ। ਸਤ ਸੰਗਤ ਰੂਪੀ ਸਹੇਲੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮੇਰਾ ਹੁਣ ਸਾਹਾ ਮਿਥਿਆ ਜਾ ਚੁੱਕਾ ਹੈ, ਤੇ ਕਿਹੜਾ ਤੇਲ ਪਵਾਉਣਾ ਹੈ? ਸਤ ਸੰਗਤ ਰੂਪੀ ਸਹੇਲੀਆਂ ਦੇ ਕੋਲੋਂ। ਦੇਹੋ ਸੱਜਣ ਅਸੀਂ ਸੜੀਆਂ,
ਜਦੋਂ ਬੱਚੀ ਨੂੰ ਤੇਲ ਚੜ੍ਹਦਾ ਹੈ ਨਾ, ਤਾਂ ਉਦੋਂ ਗੀਤ ਗਾਉਂਦੀਆਂ ਨੇ, ਖੁਸ਼ੀ ਦੇ ਗੀਤ ਗਾਉਂਦੀਆਂ ਨੇ। ਹੁਣ ਅਸੀਂ ਕਿਹੜਾ ਤੇਲ ਪਾਉਣਾ ਹੈ? ਸਾਡਾ ਵੀ ਸਾਹਾ ਮਿਥਿਆ ਹੋਇਆ ਹੈ, ਸਾਡੇ ਵੀ ਜਾਣ ਦੀ ਤਰੀਕ, ਸਮਾਂ ਨਿਯਤ ਹੋਇਆ ਹੈ। ਅਸੀਂ ਸਤ ਸੰਗਤ ਦੇ ਵਿੱਚ ਆਣ ਕੇ ਕਿਹੜਾ ਤੇਲ ਪਾਉਣਾ? ਅਸੀਸਾਂ ਰੂਪੀ ਤੇਲ। ਦੇਹੋ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਉ ਮੇਲ। ਇਹ ਅਸੀਸਾਂ ਦੇਵੋ, ਇਹ ਅਸੀਸਾਂ ਰੂਪੀ ਤੇਲ ਮੇਰੇ ਸਿਰ ਵਿੱਚ ਪਾਓ, ਮੇਰੀ ਸਖੀਓ ਸਹੇਲੀਓ। ਮੇਰਾ ਸਾਹਾ ਮਿਥਿਆ ਜਾ ਚੁੱਕਾ ਹੈ। ਮੇਰੇ ਵਰਨ ਵਾਲੇ ਪਾਹੂ ਘਰ ਆਏ, ਮੁਕਲਾਊ ਆਏ, ਮੁਕਲਾਵਾ ਲੈਣ ਵਾਲੇ ਪ੍ਰਾਹੁਣੇ ਘਰ ਵਿੱਚ ਆ ਕੇ ਬੈਠੇ ਨੇ। ਮੇਰੇ ਸਿਰ ਵਿੱਚ ਅਸੀਸਾਂ ਰੂਪੀ ਤੇਲ ਪਾਓ। ਘਰ ਘਰ ਇਹੋ ਪਹੁੰਚਾ, ਸਦੜੇ ਨੇ ਤਪਵਨ। ਘਰ ਘਰ ਦੇ ਵਿੱਚ ਮੌਤ ਰੋਜ਼ਾਨਾ ਦਸਤਕ ਦਿੰਦੀ ਹੈ। ਸਦੜੇ ਆਏ ਤੇ ਨਾ ਜਾਣੀਆਂ, ਕਿਸੇ ਨਾ ਕਿਸੇ ਨੂੰ ਸੱਦਾ ਆ ਰਿਹਾ ਹੈ ਅਕਾਲ ਪੁਰਖ ਵਾਹਿਗੁਰੂ ਦੇ ਦਰ ਕਰਦਾ। ਕਿਸੇ ਨਾ ਕਿਸੇ ਦੇ ਦਰਵਾਜ਼ੇ ਤੇ ਮੌਤ ਰੋਜ਼ ਦਸਤਕ ਦੇ ਰਹੀ ਹੈ, ਕੁੰਡਾ ਖੜਕਾ ਰਹੀ ਹੈ। ਸਦੜੇ ਨੇ ਤਪਵਨ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕੀ ਕਰੀਏ? ਮੌਤ ਤਾਂ ਹਰ ਘਰ ਵਿੱਚ ਆਣ ਕੇ ਕਿਸੇ ਨਾ ਕਿਸੇ ਦੇ ਘਰ ਵਿੱਚ ਕੋਈ ਸੱਦਾ ਆਉਂਦਾ ਹੀ ਆਉਂਦਾ ਹੈ। ਕਈ ਵਾਰੀ ਅਸੀਂ ਪਿੰਡਾਂ ਵਿੱਚ ਰਹਿੰਦੇ ਹਾਂ ਨਾ, ਪਿੰਡਾਂ ਵਿੱਚੋਂ ਜਦੋਂ ਅਸੀਂ ਕਿਤੇ ਸ਼ਮਸ਼ਾਨ ਘਾਟ ਨੂੰ ਕਿਸੇ ਮ੍ਰਿਤਕ ਪ੍ਰਾਣੀ ਦੇ ਨਾਲ ਜਾਂਦੇ ਹਾਂ ਨਾ, ਲੋਕਾਂ ਦੇ ਘਰਾਂ ਦੇ ਜਿਹੜੇ ਦਰਵਾਜ਼ੇ ਹੁੰਦੇ ਸਨ, ਲੋਕ ਬੰਦ ਕਰ ਲੈਂਦੇ ਨੇ, ਅਪਸ਼ਗਨ ਮੰਨਦੇ ਨੇ, ਲਾਸ਼ ਮੱਥੇ ਲੱਗ। ਮਹਾਰਾਜ ਕਹਿੰਦੇ ਨਹੀਂ, ਅੱਖਾਂ ਖੋਲ ਕੇ ਵੇਖੋ, ਅੱਜ ਇਹ ਜਾ ਰਿਹਾ ਹੈ, ਕੱਲ ਤੂੰ ਵੀ ਜਾਣਾ ਹੈ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹਨੂੰ ਸਵੀਕਾਰ ਕਰ। ਸੱਦੜੇ ਨੇ ਤਪਵਨ। ਫਿਰ ਸੱਚੇ ਪਾਤਸ਼ਾਹ ਕਰੀਏ ਕੀ? ਸਾਹਿਬ ਜੀ ਕਹਿੰਦੇ ਸੱਦਣਹਾਰਾ ਸਿਮਰਿਐ। ਉਹ ਸੱਦਣਹਾਰ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰੀਏ ਸਵਾਸ ਸਵਾਸ। ਨਾਨਕ ਸੇ ਦੇਹ ਆਵਨ। ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦਾ ਆਇਆ ਸਫਲਾ ਹੁੰਦਾ ਹੈ ਜਿਹੜੇ ਉਸ ਸੱਦਣਹਾਰੇ ਨੂੰ ਯਾਦ ਕਰਦੇ ਨੇ, ਜਿਹਦੇ ਕੋਲੋਂ ਸਾਨੂੰ ਸੰਦੇਸੇ ਆਉਂਦੇ ਨੇ, ਜਿਹੜਾ ਸਾਨੂੰ ਸੰਦੇਸੇ ਭੇਜਦਾ ਪਿਆ। ਘਰ ਘਰ ਇਹੋ ਪਹੁੰਚਾ, ਸੱਦੜੇ ਨੇ ਤਪਵਨ। ਸੱਦਣਹਾਰਾ ਸਿਮਰਿਐ। ਸੱਦਣਹਾਰੇ ਨੂੰ ਯਾਦ ਕਰੋ, ਉਹਨੂੰ ਸਿਮਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਹੁਣ ਅੱਜ ਸੋਹਲਾ ਸਾਹਿਬ ਜੀ ਦੀ ਬਾਣੀ ਦਾ ਜਾਪ ਆਰੰਭ ਹੋਇਆ, ਕਥਾ ਆਰੰਭ ਹੋਈ ਹੈ, 5 ਦਿਨ ਚੱਲਣੀ ਹੈ। ਸਾਰਿਆਂ ਨੂੰ ਬੇਨਤੀ ਕਰਾਂ, ਇੱਕ ਇੱਕ ਸ਼ਬਦ ਵੀ ਅਸੀਂ ਕੰਠ ਕਰੀਏ ਨਾ ਸੋਹਲਾ ਸਾਹਿਬ ਜੀ ਦਾ, 5 ਦਿਨਾਂ ਵਿੱਚ ਸ਼ਬਦ ਕੰਠ ਹੋ ਜਾਣਾ, ਕੋਈ ਵੱਡੀ ਗੱਲ ਨਹੀਂ ਹੈ। ਆਪਣੀਆਂ ਨਿਤਨੇਮ ਦੀਆਂ ਬਾਣੀਆਂ ਦਾ ਇਹਨੂੰ ਹਿੱਸਾ ਬਣਾਈਏ। ਗੁਰੂ ਸਾਹਿਬ ਨੇ ਹੁਕਮ ਜੋ ਕੀਤਾ, ਜਿਹੜੇ ਨਹੀਂ ਅਜੇ ਜਾਪ ਕਰਦੇ ਉਹਨਾਂ ਨੂੰ ਬੇਨਤੀ ਹੈ, ਸੋਹਲਾ ਸਾਹਿਬ ਜੀ ਦਾ ਜਾਪ ਜ਼ਰੂਰ ਕਰੋ। ਕਰਤੇ ਦੇ ਸੋਹਲੇ ਨੇ, ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਦੇ ਗੀਤ ਨੇ। ਭੁੱਲਾਂ ਦੀ ਖਿਮਾ। ਕਥਾ ਵਿਚਾਰ ਕਰਦੇ ਆ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਗੁਰੂ ਰਾਮਦਾਸ ਜੀ ਦੇ ਦਰ ਦਾਦਨਾ ਜਾਂ ਸੇਵਕ ਸਮਝ ਕੇ ਮਾਫ ਕਰ ਦੇਣੀਆਂ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਹੈ। ਮੇਰੇ ਅਤੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਜੀ, ਉਹਨਾਂ ਦਾ ਧੰਨਵਾਦ ਹੈ। ਕੋਟਾਨ ਕੋਟ ਧੰਨਵਾਦ। ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ।